ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਗੁਰਬਾਣੀ ਸ਼ਬਦ ਵਿਚਾਰ ਦੀ ਅਗਲੀ ਵੀਡੀਓ ਬਣਾਉਣ ਲੱਗੇ ਹਾਂ। ਮੇਰਾ ਨਾਮ ਦਰਬਾਰਾ ਸਿੰਘ ਪੰਨੂ ਹੈ। ਇਸ ਕਾਰਜ ਦੇ ਵਿੱਚ ਆਪਾਂ ਨੂੰ ਤਕਰੀਬਨ 3 ਮਹੀਨੇ ਹੋ ਗਏ ਯੋਗਦਾਨ ਪਾਉਂਦਿਆਂ ਨੂੰ, ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਵਿਚਾਰ ਕਰਾਂਗੇ ਮੂਲ ਮੰਤਰ ਤੋਂ, ਗੁਰਬਾਣੀ ਦੇ ਮੂਲ ਮੰਤਰ ਤੋਂ ਅੱਗੇ ਸ਼ਬਦ ਜੋ ਆਪਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਜਪ। ਗੁਰਪ੍ਰਸਾਦ ਤੋਂ ਬਾਅਦ ਮਹਾਰਾਜ ਦਾ ਹੁਕਮ ਹੈ ਕਿ ਇਹਨੂੰ ਜਪਣਾ, ਜੋ ਮੈਂ ਹੁਕਮ ਕੀਤਾ ਤੁਹਾਨੂੰ। ਜਪਣ ਦਾ ਅਰਥ ਹੁੰਦਾ ਹੈ ਸਮਝਣਾ, ਕਿਉਂਕਿ ਅਧਿਆਤਮ ਦੇ ਵਿੱਚ ਜਿੰਨਾ ਵੀ ਉਪਦੇਸ਼ ਹੁੰਦਾ ਆਤਮਾ ਨੂੰ ਉਪਦੇਸ਼ ਹੁੰਦਾ, ਔਰ ਆਤਮਾ ਦਾ ਸਰੂਪ ਹੈ ਜਿਹੜਾ ਉਹ ਗਗਨੰਤਰੀ ਹੁੰਦਾ। ਕਹਿਣ ਤੋਂ ਭਾਵ ਮਾਇਆ ਤੋਂ ਅਲਿਪਤ ਹੁੰਦੀ ਆ ਆਤਮਾ, ਕਿਉਂਕਿ ਸਰੀਰ ਦੇ ਵਿੱਚ ਹੈ। ਹੁਣ ਜੀਵਾਤਮਾ ਦੇ ਰੂਪ ਦੇ ਵਿੱਚ ਸਾਡੇ ਸਾਰੇ ਸਰੀਰਾਂ ਦੇ ਵਿੱਚ ਵਿਚਰ ਰਹੀ ਹੈ, ਤੇ ਇਸੇ ਦੇ ਭਲੇ ਵਾਸਤੇ ਅਸੀਂ ਅਧਿਆਤਮ ਮਾਰਗ ਦੇ ਪਾਂਧੀ ਬਣਦੇ ਹਾਂ। ਮੂਲ ਮੰਤਰ ਦੇ ਕੱਲੇ ਸ਼ਬਦ ਦੀ ਆਪਾਂ ਅੱਗੇ ਵਿਆਖਿਆ ਸਮਝ ਲਈ। ਇਸ ਦੇ ਸੰਦਰਭ ਦੇ ਵਿੱਚ ਹੀ ਸਾਰੀ ਗੁਰਬਾਣੀ ਅੱਗੇ ਵੀ ਆਪਾਂ ਵਿਚਾਰ ਕੀਤਾ ਕਿ ਆਪਣੇ ਜਿਹੜੇ ਗੁਰਬਾਣੀ ਦੇ ਅਰਥ ਆਪਾਂ ਸਮਝਣੇ ਨੇ ਅਖੰਡ ਰੂਪ ਦੇ ਵਿੱਚ, ਮੂਲ ਮੰਤਰ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਸਮਝਣੇ। ਹੁਣ ਅੱਗੇ ਮਹਾਰਾਜ ਨੇ ਹੁਕਮ ਕੀਤਾ ਜਪ। ਜਪ ਦਾ ਭਾਵ ਭਾਈ ਸਮਝ ਲਓ, ਇਹ ਜੋ ਮੈਂ ਤੁਹਾਨੂੰ ਹੁਕਮ ਕੀਤਾ ਨਾ, ਮਹਾਰਾਜ ਕਹਿੰਦੇ ਇਹ ਸਮਝੋ। ਇਸ ਨੂੰ ਜਦੋਂ ਇਸ ਸ੍ਰਿਸ਼ਟੀ ਦੇ ਵਿੱਚ ਬੱਚਾ ਜਨਮ ਲੈਂਦਾ, ਅਸੀਂ ਸਾਰੇ ਹੀ ਇਸੇ ਮਾਰਗ ਦੇ ਰਾਹੀਂ ਇਸ ਸ੍ਰਿਸ਼ਟੀ 'ਚ ਪ੍ਰਗਟ ਹੋਏ ਆ, ਆਏ ਆ। ਉਸ ਵੇਲੇ ਬੱਚੇ ਦੀ ਜਿਹੜੀ ਬੁੱਧ ਹੁੰਦੀ ਆ ਨਿਰਮਲ ਹੁੰਦੀ ਹੈ। ਨਿਰਮਲ ਬੁੱਧ ਹੁੰਦੀ ਹੈ ਜਦੋਂ ਉਹ ਸ੍ਰਿਸ਼ਟੀ ਦੇ ਵਿੱਚ ਜਨਮ ਲੈਂਦਾ ਹੈ। ਜਿਉਂ-ਜਿਉਂ ਵੱਡਾ ਹੁੰਦਾ ਤਿਉਂ-ਤਿਉਂ ਉਸ ਦੀ ਨਿਰਮਲ ਬੁੱਧ ਨੂੰ, ਜਿਹੜੀ ਸੰਸਾਰੀ ਬੁੱਧੀ ਉਹਦੇ ਪਾਲਣ ਪੋਸ਼ਣ ਵਾਲੇ ਕਰਨ ਵਾਲੇ ਉਹਦੇ ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰ, ਸੰਸਾਰ ਸਾਰਾ, ਉਸ ਨੂੰ ਉਸ ਦੀ ਨਿਰਮਲ ਬੁੱਧੀ ਵਿੱਚੋਂ ਕੱਢ ਕੇ ਇੱਕ ਉਸ ਦੀ ਵੱਖਰੀ ਦਿੱਖ ਬਣਾ ਦਿੰਦਾ, ਤੇ ਉਹਦੀ ਨਿਰਮਲ ਬੁੱਧੀ ਮਲੀਨ ਹੋ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ, ਫਿਰ ਉਹ ਜਿਉਂ-ਜਿਉਂ ਵੱਡਾ ਹੁੰਦਾ ਤੇਰ ਮੇਰ, ਰਾਗ ਦਵੈਸ਼, ਸਾਰੇ ਵਿਕਾਰਾਂ ਨੂੰ ਉਹ ਧਾਰਨ ਕਰਦਾ ਜਾਂਦਾ ਹੈ। ਤੇ ਜਦੋਂ ਉਹਨੂੰ ਸੋਝੀ ਆਉਂਦੀ ਹੈ ਤਾਂ ਉਹ ਆਪ ਦੀ ਇੱਕ ਵੱਖਰੀ ਦੁਨੀਆ ਸਿਰਜ ਲੈਂਦਾ। ਜਿਹੜੀ ਸ੍ਰਿਸ਼ਟੀ 'ਚੋਂ ਜਨਮ ਲੈ ਕੇ ਆਇਆ ਸੀ ਇੱਥੇ, ਉਹ ਸ੍ਰਿਸ਼ਟੀ ਦੀ ਵਿਸ਼ਾਲਤਾ, ਉਹਦਾ ਵਿਰਾਟ ਰੂਪ, ਉਹਨੂੰ ਭੁੱਲ ਕੇ ਉਹ ਆਪ ਦੇ ਦਾਇਰੇ ਦੇ ਵਿੱਚ ਸੀਮਿਤ ਕਰ ਲੈਂਦਾ ਆਪਣੇ ਆਪ ਨੂੰ। ਉੱਥੇ ਹੀ ਉਹਦੇ ਵਿੱਚ ਫਿਰ ਉਹਦੇ ਕਰਮ ਇੰਦਰੀਆਂ ਰਾਹੀਂ
ਵਿਕਾਰ ਵਧਣੇ ਸ਼ੁਰੂ ਹੋ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਦੀ ਪਕੜ ਦੇ ਵਿੱਚ ਜਦੋਂ ਜੀਵ ਆਤਮਾ ਇਸ ਸਰੀਰ ਦੇ ਵਿੱਚ ਆ ਜਾਂਦੀ ਹੈ ਤਾਂ ਕਿਸੇ ਸਮੇਂ ਜਾ ਕੇ ਉਹਦੀ ਸੋਚ ਕਿਸੇ ਦੀ ਅੱਗੇ ਕਿਸੇ ਦੀ ਪਿੱਛੋਂ ਉੱਭਰਦੀ ਹੈ ਵੀ ਜਿਹੜਾ ਮੇਰਾ ਅਸਲੀ ਜਨਮ ਲੈਣ ਦਾ ਮੇਰਾ ਭਾਵ ਸੀ, ਮੈਂ ਉਹ ਤੋਂ ਖੁੰਝ ਗਿਆ। ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਮੈਂ ਕੁਝ ਹੋਰ ਹਾਂ ਤੇ ਮੈਂ ਕਰ ਕੁਝ ਹੋਰ ਰਿਹਾ, ਕਿਉਂਕਿ ਮਹਾਰਾਜ ਦਾ ਹੁਕਮ ਹੈ। ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਬਾਣੀ, ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾ ਮੈਂ ਅਕਲ ਮਹਾ ਨਿਧਰਾਇਆ, ਗੁਰਗਮ ਗਿਆਨ ਬਤਾਵੇ ਭੇਦ, ਉਲਟਾ ਰਹੇ ਅਪੰਗ ਅਛੇਦ। ਜਿਹੜੀ ਸਾਡੀ ਆਤਮਾ ਉਹ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਕਹਿਣ ਦਾ ਮਤਲਬ ਇਸ ਦੇ ਵਿੱਚ ਆਤਮਾ ਦੇ 8 ਗੁਣ ਹੁੰਦੇ ਨੇ, ਜਿਹੜੇ ਸੱਚਖੰਡ ਚੋਂ ਜਦੋਂ ਇਹ ਉੱਥੋਂ ਆਪਣੇ ਮਤ ਰਾਹੀਂ ਭਰਮ ਪੈਦਾ ਕਰਕੇ ਜਦੋਂ ਜੋਤ ਸੱਚਖੰਡ ਨੂੰ ਛੱਡਦੀ ਹੈ ਤਾਂ ਉਹਦੇ ਵਿੱਚ ਇਹ 8 ਗੁਣਾਂ ਦੀ ਘਾਟ ਆ ਜਾਂਦੀ ਹੈ। ਕਹਿਣ ਦਾ ਮਤਲਬ ਜਿੱਥੇ ਉਹ ਪੂਰਾ ਸੀ ਇਸ ਸ੍ਰਿਸ਼ਟੀ 'ਚ ਆ ਕੇ ਉਹ ਅਧੂਰਾ ਹੋ ਕੇ ਆਉਂਦਾ। ਤੇ ਸਾਡਾ ਅਧਿਆਤਮ ਦਾ ਮਕਸਦ ਇਹੀ ਆ ਕਿ ਉਹ ਜਿਹੜਾ ਭਰਮ ਅਸੀਂ ਪੈਦਾ ਕਰ ਲਿਆ ਇੱਥੇ ਜਨਮ ਲੈ ਕੇ, ਉਹ ਭਰਮ ਤੋਂ ਨਿਵਰਤੀ ਲੈ ਕੇ ਵਾਪਸ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰ ਜਾਈਏ, ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਈਏ। ਗੁਰੂ ਨਾਨਕ ਪਾਤਸ਼ਾਹ ਨੇ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਕਿ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਸੀ, ਮੂਲ ਮੰਤਰ ਦੇ ਵਿੱਚ ਉਸੇ ਦਾ ਹੀ ਖੁਲਾਸਾ ਕੀਤਾ। 8 ਗੁਣ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਨਾਂ ਵਿੱਚ ਜਿਹੜੀ ਅਸੀਂ ਭਰਮ ਦੇ ਕਾਰਨ ਜਨਮ ਮਰਨ ਦੇ ਚੱਕਰ 'ਚ ਪੈ ਗਏ ਤਾਂ ਇਹਨਾਂ ਨੂੰ ਨਿਕਲਣਾ ਆਪਣੀ ਅਗਿਆਨਤਾ ਛੱਡ ਕੇ ਆਤਮ ਗਿਆਨ ਰਾਹੀਂ ਆਤਮ ਦਰਸ਼ਨ ਕਰਕੇ ਵਾਪਸੀ ਸੱਚਖੰਡ ਕਰਨੀ ਹੈ। ਇਹ ਸਾਡਾ ਅਧਿਆਤਮ ਦਾ ਮਕਸਦ ਹੁੰਦਾ ਹੈ। ਜਿਹੜੇ ਇਸ ਰਸਤੇ ਨੂੰ ਅਪਣਾ ਲੈਂਦੇ ਨੇ। ਸੋ ਹੁਣ ਜਦੋਂ ਅਸੀਂ ਆਪਣੀ ਇੱਕ ਦੁਨੀਆ ਸਿਰਜ ਲਈ ਵੱਖਰੀ, ਅਸੀਂ ਇਹਦੇ ਕਾਰਨ ਸਾਡਾ ਜੀਵਨ ਦੁਖੀ ਹੁੰਦਾ ਹੈ, ਇਹਦੇ ਕਾਰਨ ਸਾਨੂੰ ਚਿੰਤਾ ਹੁੰਦੀ ਹੈ। ਸ੍ਰਿਸ਼ਟੀ ਦੇ ਕਾਰਨ ਚਿੰਤਾ ਨਹੀਂ ਹੁੰਦੀ। ਬਾਕੀ ਤਾਂ ਸੰਸਾਰ ਦੇ ਵਿੱਚ ਹਰ ਰੋਜ਼ ਤੁਸੀਂ ਦੇਖੋ ਬਈ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਹਨ, ਹਰ ਰੋਜ਼ ਹੀ ਹੋ ਰਹੀਆਂ ਨੇ। ਲੇਕਿਨ ਜਦੋਂ ਉਹ ਸਾਡੀ ਆਪਣੀ ਬਣਾਈ ਹੋਈ ਦੁਨੀਆ ਦੇ ਦਾਇਰੇ ਦੇ ਅੰਦਰ ਹੁੰਦੀਆਂ ਨੇ ਤਾਂ ਸਾਨੂੰ ਤਕਲੀਫ ਹੁੰਦੀ ਆ, ਦੁੱਖ ਹੁੰਦਾ। ਕਹਿਣ ਤੋਂ ਭਾਵ ਜਿੱਥੇ ਜਿੱਥੇ ਅਸੀਂ ਮਾਇਆ ਦੇ ਬੰਧਨ ਬਣਾਏ ਹੋਏ ਨੇ, ਜਦੋਂ ਉੱਥੇ ਕੋਈ ਘਾਟਵਾਦ ਹੁੰਦੀ ਹੈ, ਕਿਸੇ ਰਿਸ਼ਤੇਦਾਰ ਨੂੰ ਕੋਈ ਤਕਲੀਫ ਹੋ ਗਈ, ਕਿਸੇ ਹੋਰ ਮਾਇਆ ਵਾਲਾ ਨੁਕਸਾਨ ਹੋ ਗਿਆ ਜਿਹਨੂੰ ਕਿ ਮੈਂ ਮੇਰਾ ਸਮਝਦਾ, ਉੱਥੇ ਫਿਰ ਜਿਹੜੇ ਮਨਮੱਤ ਦੇ ਧਾਰਨੀ ਹੁੰਦੇ ਨੇ ਇਸ ਉਲਝਣਾਂ 'ਚ ਪੈ ਰਹਿੰਦੇ ਨੇ। ਸੋ ਅਸੀਂ ਜਪਣ ਦੀ
ਸੂਖਸ਼ਮ ਸੋਝੀ ਸਮਝਣੀ ਆ ਵੀ ਜਪਣਾ ਕਿਉਂ ਜ਼ਰੂਰੀ ਆ, ਜਪਣਾ ਕਿਉਂ। ਸੋ ਇਸ ਮਨਮਤ ਦੇ ਅਧੀਨ ਜੋ ਅਸੀਂ ਵਿਕਾਰ ਪੈਦਾ ਕੀਤੇ ਹਨ, ਉਹਨਾਂ ਤੋਂ ਛੁਟਕਾਰਾ ਆਪਣੀ ਆਤਮਾ ਨੂੰ ਦਿਵਾਉਣ ਲਈ ਉਦਮ ਕਰਨੇ ਆ। ਮਹਾਰਾਜ ਕਹਿੰਦੇ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੇ ਦੇਖ ਸੰਭਾਲੇ ਬਿਨ ਸਾਚੇ ਜਗ ਕਾਚਾ। ਕਹਿਣ ਤੋਂ ਭਾਵ ਇਹ ਹੈ, ਅਸੀਂ ਜਦੋਂ ਗੁਰਬਾਣੀ ਦਾ ਜਾਪ ਕਹਿਣਾ, ਜਪਣਾ, ਤਾਂ ਉਹਦਾ ਮਤਲਬ ਹੈ ਉਸ ਦੇ ਅਰਥ ਸਮਝ ਕੇ ਉਹਦਾ ਅਖੰਡ ਅਰਥ ਬੋਧ ਹਿਰਦੇ 'ਚ ਵਸਾਉਣਾ। ਸਾਡੀ ਜਿਹੜੀ ਦੁਨੀਆ, ਅਸੀਂ ਆਪਣੀ ਸੀਮਤ ਬੁੱਧੀ ਨਾਲ ਤਮੋ ਰਜੋ ਸਤੋ ਦੇ ਧਾਰਨੀ ਹੋ ਕੇ ਉਹਨੂੰ ਖੰਡਿਤ ਕਰ ਲਿਆ। ਉਸ ਖੰਡਤਾ ਚੋਂ ਆਪਣੀ ਸੁਰਤ ਨੂੰ ਅਖੰਡ ਅਰਥ ਬੋਧ ਦੇ ਸਹਾਰੇ ਦੇ ਨਾਲ ਆਪਣੇ ਮੂਲ ਹਿਰਦੇ ਵਿੱਚ ਸਮਾ ਜਾਣਾ। ਕਹਿਣ ਤੋਂ ਭਾਵ ਸੁਰਤ ਸ਼ਬਦ ਦਾ ਮੇਲ ਇਸੇ ਨੂੰ ਹੀ ਕਹਿੰਦੇ ਨੇ। ਜਦੋਂ ਅਸੀਂ ਮਨ ਨੂੰ ਸਮਝਾ ਕੇ ਮਾਇਆ ਚੋਂ ਕੱਢ ਕੇ ਆਪਣੇ ਹਿਰਦੇ ਅੰਤਰਾਤਮਾ ਦੇ ਨਾਲ ਮਿਲਾ ਲਈਏ। ਸੋ ਜਦੋਂ ਇਸ ਮਾਰਗ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਪਹਿਲਾਂ ਤਾਂ ਪੁਰਾਣਾ ਇਤਿਹਾਸ ਜੋ ਅਧਿਆਤਮ ਦਾ ਸਾਨੂੰ ਸਾਡੇ ਸਮੇਂ ਤੇ ਸਾਡੀ ਅਵਸਥਾ ਦੇ ਹਿਸਾਬ ਦੇ ਨਾਲ ਸਾਨੂੰ ਸੋਝੀ ਹੁੰਦੀ ਹੈ, ਅਸੀਂ ਇਤਿਹਾਸ ਦੇ ਨਾਲ ਜੁੜਦੇ ਹਾਂ। ਆਮ ਤੌਰ ਤੇ ਜਿਹੜੇ ਕਥਾਵਾਚਕ ਸਾਨੂੰ ਕਹਾਣੀਆਂ ਸੁਣਾਉਂਦੇ ਹਨ, ਕੋਸ਼ਿਸ਼ ਉਹ ਕਰਦੇ ਨੇ ਕਿ ਅਧਿਆਤਮ ਦਾ ਗਿਆਨ ਦਿੱਤਾ ਜਾਵੇ ਸੰਗਤ ਨੂੰ, ਲੇਕਿਨ ਇਹ ਗਿਆਨ ਜੜ ਰੂਪ ਹੁੰਦਾ। ਇਤਿਹਾਸ ਨਾਲ ਜੁੜੀ ਹੋਈ ਜਾਣਕਾਰੀ ਜੜ ਰੂਪ ਆ, ਇਹ ਪਰਿਵਰਤਨਸ਼ੀਲ ਹੈ। ਇਹਦੇ ਜੇ ਅਸੀਂ ਧਾਰਨੀ ਹੋ ਕੇ ਪਰਪੱਕਤਾ ਕਰਨ ਲੱਗ ਜਾਈਏ, ਕਥਾਵਾਚਕਾਂ ਦਾ ਗਿਆਨ ਲੈ ਤਾਂ ਅਸੀਂ ਖੜੋਤ ਲੈ ਆਉਂਦੇ ਹਾਂ ਆਪਣੇ ਅਧਿਆਤਮ ਮਾਰਗ ਦੇ ਰਸਤੇ ਤੇ ਚੱਲਣ ਵਿੱਚ। ਦੂਜਾ ਪੱਖ ਹੈ, ਇੱਕ ਤਾਂ ਇਹ ਹੋ ਗਿਆ, ਇੱਕ ਤਾਂ ਕਥਾਵਾਚਕ ਦੇ ਧਿਆਨ ਰੱਖਣਾ, ਸਿਰਫ ਇਤਿਹਾਸਕ ਪੱਖ ਸਮਝਣਾ, ਉਸ ਦਾ ਜਿਹੜਾ ਆਤਮਿਕ ਅਨੁਭਵੀ ਖੋਜ ਹੁੰਦੀ ਆ, ਇਸ ਤੋਂ ਅੱਗੇ ਹੁੰਦੀ ਹੈ। ਦੂਜਾ ਪੱਖ ਹੈ ਆਤਮ ਖੋਜ ਦਾ, ਕਿ ਜੋ ਸਾਨੂੰ ਪਹਿਲੇ ਭਗਤਾਂ ਵੱਲੋਂ, ਜਿਗਿਆਸੂਆਂ ਵੱਲੋਂ, ਗੁਰੂਆਂ ਪੀਰਾਂ ਪੈਗੰਬਰਾਂ ਵੱਲੋਂ ਸਾਨੂੰ ਕੁਛ ਬਖਸ਼ਿਸ਼ ਹੋਈ ਆ, ਗੁਰਬਾਣੀ ਦੇ ਪਰਥਾਏ ਜਾਂ ਵੇਦਾਂ ਵਿੱਚ ਗਿਆਨ ਹੈ, ਉਸ ਦੇ ਵਿੱਚ ਵੀ ਜੋ ਗਿਆਨ ਹੈ, ਉਹਦੇ ਅਸੀਂ ਅਰਥ ਸਮਝਣੇ ਨੇ। ਉਹ ਅਰਥ ਸਮਝ ਕੇ ਮੰਨਣੇ ਨੇ। ਸੋ ਮਹਾਰਾਜ ਕਹਿੰਦੇ, ਅਧਿਆਤਮ ਕਰਮ ਕਰੈ ਤੋ ਸਾਚਾ, ਮੁਕਤੀ ਭੇਦ ਕੀ ਜਾਣੇ ਕਾਚਾ। ਸੋ ਅਸੀਂ ਕੱਚੀ ਮੱਤ ਆ ਜਿਹੜੀ ਸਾਡੀ,
ਜੜ ਰੂਪ ਹੈ, ਜੜ ਰੂਪ ਗਿਆਨ ਹੈ, ਪਰਿਵਰਤਨਸ਼ੀਲ ਹੈ। ਉਸ ਤੋਂ ਅੱਗੇ ਸਾਚਾ, ਸਾਚਾ ਹੁੰਦਾ ਸੱਚ ਵਰਗਾ, ਉਹਦੇ ਨਾਲ ਜੁੜਨਾ। ਸੋ ਇਸ ਤਰ੍ਹਾਂ ਦੇ ਸਾਡੇ ਜਦੋਂ ਉਦਮ ਸ਼ੁਰੂ ਹੋ ਜਾਂਦੇ ਆ ਤਾਂ ਅਸੀਂ ਗਹਿਰਾਈ ਦੇ ਨਾਲ ਸ਼ਬਦ ਵਿਚਾਰ ਨਾਲ ਜੁੜਨਾ ਸ਼ੁਰੂ ਕਰਦੇ ਹਾਂ। ਗੁਰਬਾਣੀ ਦਾ, ਅਧਿਆਤਮ ਦਾ, ਭਗਤੀ ਦਾ, ਸਾਧਨਾ ਦਾ, ਯੋਗ ਦਾ ਮਕਸਦ ਇੱਕ ਹੀ ਹੁੰਦਾ ਹੈ ਕਿ ਮੈਨੂੰ ਆਪਣੇ ਆਤਮ ਦਰਸ਼ਨ ਹੋ ਜਾਣ। ਸਿਰਫ ਇੱਕੋ ਇੱਕ ਅਵਸਥਾ ਜਿਸ ਦੀ ਇਹ ਬਣ ਜਾਵੇ, ਉਸੇ ਨੂੰ ਗੁਰਬਾਣੀ ਦਾ ਅਖੰਡ ਅਰਥਬੋਧ ਸਮਝ ਆਉਂਦਾ, ਉਸੇ ਨੂੰ ਚੇਤਨ ਤੇ ਜੜ ਦਾ ਵਖਰੇਵਾਂ ਸਮਝ ਆਉਂਦਾ, ਤੇ ਉਹੀ ਸਤ ਸੰਗਤ ਕਰਨ ਦੇ ਯੋਗ ਹੁੰਦਾ। ਕਥਾਵਾਚਕ ਇਤਿਹਾਸ ਨਾਲ ਜੋੜਦੇ ਆ, ਵਿਆਖਿਆਕਾਰ ਜੋ ਪਹਿਲਾਂ ਰਚਿਆ ਹੋਇਆ ਗਿਆਨ ਹੈ ਦੂਸਰੇ ਭਗਤਾਂ ਵੱਲੋਂ, ਇਹਦੇ ਵਿੱਚ ਸਾਰੇ ਧਰਮ ਗ੍ਰੰਥ ਆ ਜਾਂਦੇ ਨੇ, ਉਹਦੀ ਵਿਆਖਿਆ ਕਰਕੇ ਸਾਨੂੰ ਸਮਝਾਉਂਦੇ ਆ। ਜਿਹੜਾ ਸਤ ਸੰਗਤ ਦੇ ਵਿੱਚ ਆਪਣੇ ਅਨੁਭਵ ਦੱਸਦਾ, ਉਹ ਖੋਜੀ ਹੁੰਦਾ, ਉਸ ਨੂੰ ਆਪਣੇ ਦ੍ਰਿਸ਼ਟੇਤਾ ਭਾਵ ਦੇ ਵਿੱਚੋਂ ਜੋ ਉਹਨੇ ਅਨੁਭਵ ਕੀਤਾ ਹੁੰਦਾ, ਉਹ ਸੰਗਤ ਨੂੰ ਸਾਂਝਾ ਕਰਨ ਦੀ ਉਹ ਸੋਝੀ ਦਿੰਦਾ। ਉਹ ਲੈਣੀ ਨਾ ਲੈਣੀ ਆਪੋ ਆਪਣੀ ਸਮਰੱਥਾ ਵੀ ਹੁੰਦੀ ਆ, ਕਿਸੇ ਦੀ ਸਮਰੱਥਾ ਹੀ ਨਹੀਂ ਹੁੰਦੀ ਸੋਝੀ ਲੈਣ ਦੀ। ਕਈ ਹੋਰ ਕਾਰਨ ਹੁੰਦੇ ਨੇ ਜਿਹਦੇ ਕਾਰਨ ਸੰਸਾਰੀ ਬੁੱਧੀ ਵਾਲੇ ਜਿਹੜੀ ਜਿਗਿਆਸੂ ਹੁੰਦੇ ਨੇ ਖੁੰਝ ਜਾਂਦੇ ਨੇ ਇਸ ਤੋਂ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਸ ਵੀ ਆਤਮਿਕ ਖੋਜੀ ਦੇ ਵਿਚਾਰ ਸੁਣ ਰਹੇ ਹੋ, ਉਹਨਾਂ ਨੂੰ ਆਪਣੇ ਅੰਦਰ ਪਰਖੋ ਕਿ ਇਹ ਮੈਨੂੰ ਮੇਰੇ ਮੂਲ ਨਾਲ ਜੋੜਦਾ ਜਾਂ ਕਿਸੇ ਹੋਰ ਬਾਹਰੀ ਦ੍ਰਿਸ਼ਟੀ ਦੇ ਨਾਲ ਜੋੜ ਰਿਹਾ। ਕਿਉਂਕਿ ਸਤ ਸੰਗਤ ਹਿਰਦੇ 'ਚ ਹੁੰਦੀ ਆ, ਇਹ ਗਗਨੰਤਰੀ ਹੁੰਦੀ ਹੈ। ਇਹ ਤੁਹਾਨੂੰ ਖੰਡਤ ਸੁਰਤ ਨੂੰ ਅਖੰਡਤਾ ਵੱਲ ਲੈ ਕੇ ਜਾਊ। ਅਖੰਡ ਹਿਰਦਾ ਹੁੰਦਾ, ਹਿਰਦੇ ਦੇ ਵਿੱਚ ਜਦੋਂ ਤੁਹਾਡੇ ਧਿਆਨ ਦੇ ਵਿੱਚ ਆਏ, ਜਿੰਨੇ ਵੀ ਫੁਰਨੇ ਨੇ ਸਮਾਉਣ ਲੱਗ ਜਾਣ, ਇਹਦਾ ਮਤਲਬ ਤੁਸੀਂ ਆਤਮ ਦਰਸ਼ਨ ਦੇ ਰਾਹ ਦੇ ਪਾਂਧੀ ਬਣ ਗਏ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਪ ਸਮਝਣਾ ਹੁੰਦਾ। ਜਦੋਂ ਇਹ ਸਮਝ ਸੋਝੀ ਦਾ ਰੂਪ ਧਾਰਨ ਕਰ ਜੇ, ਕਹਿਣ ਦਾ ਮਤਲਬ ਜਦੋਂ ਸਮਝ ਟਿਕ ਜਾਵੇ
ਹਿਰਦੇ 'ਚ ਕਿ ਇਹ ਜੋ ਮੈਂ ਸਮਝ ਲਿਆ, ਆਪਣੇ ਹਿਰਦੇ 'ਚ ਟਿਕਾ ਲਿਆ, ਉਦੋਂ ਇਹ ਜਪ ਜਾਪ ਬਣ ਜਾਂਦਾ। ਤੇ ਮੈਨੂੰ ਇਦਾਂ ਜਾਪਣ ਲੱਗ ਗਿਆ, ਜਿਵੇਂ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਜਾਪ ਸਾਹਿਬ ਦਾ ਸਾਨੂੰ ਉਪਦੇਸ਼ ਦਿੱਤਾ ਹੈ। ਜਾਪ ਦਾ ਮਤਲਬ ਧਿਆਨ ਹੀ ਹੁੰਦਾ, ਜੋ ਅਸੀਂ ਸਮਝਿਆ ਹੋਇਆ ਉਹਦੇ ਵੱਲ ਧਿਆਨ। ਉਸੇ ਜਾਪ ਦੇ ਧਿਆਨ ਨੂੰ ਹੀ ਸਿਮਰਨ ਕਹਿੰਦੇ ਹਾਂ ਅਸੀਂ। ਜਿਹੜੀ ਅਸੀਂ ਸੋਝੀ ਲੈ ਲਈ ਸਮਝ ਕੇ, ਉਹਦੇ ਵੱਲ ਧਿਆਨ ਟਿਕਾ ਲਿਆ, ਉਹ ਸਿਮਰਨ ਹੈ। ਸਿਮਰਨ ਪਵਨੰਤਰੀ ਬਾਣੀ ਦੇ ਵਿੱਚ ਨਹੀਂ ਹੁੰਦਾ, ਇਹ ਹਿਰਦੇ ਦੇ ਅੰਦਰ ਹੁੰਦਾ, ਗਗਨੰਤਰੀ ਅਵਸਥਾ ਵਿੱਚ ਹੁੰਦਾ। ਔਰ ਇਸੇ ਸਿਮਰਨ ਨੂੰ ਜਦੋਂ ਅਸੀਂ ਆਰਾਧਨਾ ਦੀ ਅਵਸਥਾ 'ਚ ਲੈ ਜਾਈਏ, ਉਹ ਇਹਦਾ ਸਰੂਪ ਅਗਲੀ ਅਵਸਥਾ ਦਾ ਪ੍ਰਤੀਕ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਸਿਮਰਨ ਅਜਪਾ ਜਾਪ ਆਪਣੇ ਆਪ ਅੰਦਰ ਹੋਣਾ ਸ਼ੁਰੂ ਹੋ ਜਾਵੇ, ਤਾਂ ਸਿਮਰਨ ਦਾ ਧਿਆਨ ਛੱਡ ਦੇਈਦਾ। ਧਿਆਨ ਛੱਡ ਦੇਣਾ, ਪਰ ਸਿਮਰਨ ਨੇ ਬੰਦ ਨਹੀਂ ਹੋਣਾ। ਜਿੰਨਾ ਚਿਰ ਅਸੀਂ 5 ਕਰਮ ਇੰਦਰੀਆਂ ਦੇ ਵਿੱਚ ਕਿਸੇ ਵੀ ਸ਼ਬਦ ਦੀ ਪਕੜ ਬਣਾਈ ਰੱਖਾਂਗੇ ਕਿ ਮੈਨੂੰ ਭੁੱਲ ਨਾ ਜਾਵੇ, ਕਿ ਮੈਨੂੰ ਸਮਝ ਆ ਜਾਵੇ, ਇਹ ਪਕੜ ਛੱਡਣੀ ਆ। ਫਿਰ ਆਰਾਧਨਾ ਦੇ ਅਵਸਥਾ ਬਣਦੀ ਹੈ, ਔਰ ਉੱਥੇ ਪ੍ਰਾਪਤੀ ਆਤਮ ਦਰਸ਼ਨ ਦੀ ਹੁੰਦੀ ਹੈ। ਕਹਿਣ ਤੋਂ ਭਾਵ ਪਹਿਲਾਂ ਗੁਰਬਾਣੀ ਦੇ ਅਰਥ ਸਮਝਣੇ ਨੇ ਅਖੰਡ ਰੂਪ ਦੇ ਵਿੱਚ, ਅੱਖਰਾਂ ਤੋਂ ਬਾਹਰ। ਪਹਿਲਾਂ ਅੱਖਰੀ ਰੂਪ, ਫਿਰ ਅੱਖਰਾਂ ਤੋਂ ਬਾਹਰ ਅਨੁਭਵ। ਉਹ ਅਨੁਭਵ ਜਦੋਂ ਸਾਡੀ ਦ੍ਰਿਸ਼ਟੀ ਦੇ ਵਿੱਚ ਧਿਆਨ ਬਣ ਜਾਵੇ, ਉਹੀ ਸਿਮਰਨ। ਜਦੋਂ ਧਿਆਨ ਦੇ ਵਿੱਚ ਧਿਆਨ ਟਿਕ ਜਾਵੇ, ਕਹਿਣ ਦਾ ਮਤਲਬ ਫਿਰ ਧਿਆਨ ਕਰਨ ਦੀ ਲੋੜ ਨਹੀਂ, ਧਿਆਨ ਹੋਇਆ ਹੀ ਰਹਿੰਦਾ। ਉਸੇ ਨੂੰ ਆਤਮ ਦਰਸ਼ਨ ਕਹਿੰਦੇ ਨੇ। ਆਤਮ ਦਰਸ਼ਨ ਦਾ ਅਨੁਭਵ ਜਦੋਂ ਹੁੰਦਾ, ਤਾਂ ਜਿੰਨੇ ਵੀ ਅਧਿਆਤਮ ਦੇ ਸਵਾਲ ਹੁੰਦੇ ਨੇ, ਇੱਕ ਤਾਂ ਉਹ ਬੰਦ ਹੋ ਜਾਂਦੇ ਨੇ, ਉਹਨਾਂ ਦਾ ਜਵਾਬ ਆਉਣਾ ਸ਼ੁਰੂ ਹੋ ਜਾਂਦਾ। ਮਗਰੋਂ ਸਵਾਲ ਪੈਦਾ ਹੀ ਨਹੀਂ ਹੁੰਦਾ, ਕੋਈ ਆਪਣੇ ਆਪ ਹੀ ਅੰਦਰ ਪ੍ਰਕਾਸ਼ ਹੋ ਜਾਂਦਾ। ਦੂਜਾ, ਤੁਹਾਡੀ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਹਿਰਦੇ ਵਿੱਚ ਮਨ ਸਮਾ ਜਾਂਦਾ ਤੇ ਆਨੰਦ, ਬਿਲਕੁਲ ਸ਼ਾਂਤੀ ਮਨ ਨੂੰ ਆ ਜਾਂਦੀ ਹੈ। ਇਹ ਦੋ ਸਮਝ ਲਓ ਆਤਮ ਦਰਸ਼ਨ ਦੇ ਪਰਥਾਏ। ਇਹ ਦੋ ਪੱਖ ਨੇ ਸਮਝਣ ਵਾਸਤੇ, ਕਿ ਜੇ ਕਿਸੇ ਦੀ ਪਰਖ ਪੜਚੋਲ ਕਰਨੀ ਹੈ ਕਿ ਆਤਮਦਰਸ਼ੀ ਹੈ ਜਾਂ ਨਹੀਂ, ਜੋ ਵੀ ਸਵਾਲ ਤੁਹਾਡੇ ਅਧਿਆਤਮ ਦੇ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉਹ 8-10 ਸਵਾਲ ਉਹ ਤੋਂ ਪੁੱਛ ਲਓ। ਜੇ ਤੁਹਾਡੀ ਤਸੱਲੀ ਹੋ ਜਾਵੇ, ਉਹਨੂੰ ਆਤਮਦਰਸ਼ੀ ਮੰਨ ਲਓ, ਨਹੀਂ ਛੱਡ ਦਿਓ। ਇਹ ਜ਼ਰੂਰੀ ਹੁੰਦਾ, ਨਹੀਂ ਸਾਡਾ ਸਮਾਂ ਵੀ ਖਰਾਬ ਹੁੰਦਾ ਤੇ ਅਸੀਂ 6 ਮਹੀਨੇ ਕਦੇ ਕਿਤੇ, ਸਾਲ ਕਿਤੇ, 2 ਸਾਲ ਕਿਤੇ, ਜ਼ਿੰਦਗੀ ਇੱਦਾਂ ਹੀ ਲੰਘ ਜਾਂਦੀ ਹੈ। ਸੋ ਇਹ ਖੋਜ ਕਰਨੀ ਆ ਕਿ ਮੇਰੇ ਸਵਾਲ ਜੇਕਰ ਹੁਣ ਤੱਕ ਨਹੀਂ ਖਤਮ ਹੋਏ, ਪਹਿਲਾਂ ਤਾਂ ਇਹ ਮੰਨਣਾ ਕਿ ਮੈਂ ਹਾਲੇ ਉਸ ਅਵਸਥਾ ਦੇ ਕਾਬਲ ਨਹੀਂ ਹੋਇਆ
ਜੇ ਭਾਂਡਾ ਹੀ ਖਾਲੀ ਨਹੀਂ ਸਾਨੂੰ ਦਿਸਦਾ ਤੇ ਉਹਦੇ 'ਚ ਪਾਵਾਂਗੇ ਕੀ? ਪਹਿਲਾਂ ਭਾਂਡਾ ਖਾਲੀ ਕਰਨਾ, ਮਨਮੱਤ ਵਾਲਾ। ਕਬੀਰ ਸਾਹਿਬ ਨੇ, ਆਪਾਂ ਪਹਿਲਾਂ ਵੀ ਇਹ ਵਿਚਾਰ ਸਾਂਝੇ ਕੀਤੇ ਨੇ, ਕਬੀਰ ਸਾਹਿਬ ਨੇ ਸਪਸ਼ਟ ਇਹ ਸਾਨੂੰ ਉਪਦੇਸ਼ ਦਿੱਤਾ, ਏਕ ਮਰੰਤੇ ਦੋ ਮੂਏ, ਦੋ ਮਰੰਤੇ ਚਾਰ, ਚਾਰ ਮਰੰਤੇ ਛੇ ਮੂਏ। ਚਾਰ ਪੁਰਖ ਦੋਏ ਨਾਲ। ਮਨਮੱਤ ਤੇ ਕਾਮਨਾ, ਪਹਿਲਾਂ ਮਨਮੱਤ ਛੱਡਤੀ, ਕਾਮਨਾ ਇੱਛਾਵਾਂ ਆਪੇ ਹੀ ਬੰਦ ਹੋ ਗਈਆਂ। ਜਦੋਂ ਮਨਮੱਤ ਛੱਡਤੀ, ਕਾਮਨਾ ਛੱਡਤੀ, ਬਾਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਆਪ ਹੀ ਮਰ ਜਾਂਦੇ। ਸੋ ਇਹ ਖੋਜ ਹੈ, ਖੋਜੀ ਬਣਨਾ, ਖੋਜੀ ਬਣ ਕੇ ਪ੍ਰਾਪਤੀ ਕਰਨੀ ਆ, ਮਿਹਨਤ ਕਰਨੀ ਪਊ। ਆਪਾਂ ਇਸੇ ਸੰਦਰਭ ਦੇ ਵਿੱਚ ਫਿਰ ਵੀ ਵਿਚਾਰ ਸਾਂਝੇ ਕਰਦੇ ਰਹਾਂਗੇ। ਜੇ ਕੋਈ ਸਵਾਲ ਹੁੰਦਾ ਤਾਂ ਉਹਦੇ ਤੇ ਆਪਾਂ ਵਿਚਾਰ ਕਰੀਏ, ਤਾਂ ਫਿਰ ਇੱਕ ਤਾਂ ਭਰਮ ਦੂਰ ਹੋ ਜਾਂਦਾ। ਕਈ ਵਾਰੀ ਅਸੀਂ ਉਸੇ ਸਵਾਲ ਦੇ ਦੁਆਲੇ ਘੁੰਮੀ ਜਾਂਦੇ ਹਾਂ। ਜਿਵੇਂ ਇੱਕ ਸੱਜਣ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜਿਹੜੀ ਸਾਨੂੰ ਬਾਣੀ, ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸੁਜਾਨ। ਉਹ ਕਹਿੰਦੇ ਵਿਖਿਆ ਤੇ ਅੰਮ੍ਰਿਤ ਦੋਨੋਂ ਇੱਕ ਕਿਸ ਤਰ੍ਹਾਂ ਹੋ ਸਕਦੇ ਨੇ? ਇੱਥੇ ਮਹਾਰਾਜ ਨੇ ਇਹ ਸਮਝਾਇਆ ਕਿ ਸੰਸਾਰ ਦੇ ਅੰਦਰ ਜੋ ਵੀ ਦ੍ਰਿਸ਼ਟਮਾਨ ਹੈ, ਜੋ ਵੀ ਤੇਰੇ ਮਾਇਆ ਦੇ ਵਿੱਚ ਫੁਰਨੇ ਚੱਲ ਰਹੇ ਨੇ, ਤੈਨੂੰ ਬੇਸ਼ੱਕ ਬਹੁਤ ਅੱਛੇ ਲੱਗਦੇ ਹੋਣ, ਤੈਨੂੰ ਸੁਖਦਾਈ ਲੱਗਦੇ ਹੋਣ, ਤੈਨੂੰ ਅੰਮ੍ਰਿਤ ਲੱਗਦੇ ਹੋਣ, ਤੂੰ ਅੰਮ੍ਰਿਤ ਦੇ ਪਥਾਏ ਉਹਨਾਂ ਨੂੰ ਮਾਣਦਾ ਰਹੇ ਸਾਰੀ ਉਮਰ। ਅਖੀਰ ਤੇ ਜੇਕਰ ਤੂੰ ਇਹਨਾਂ ਦੀ ਖੋਜ ਕਰਕੇ ਇਸ ਤੋਂ ਅੱਗੇ ਨਾ ਵਧਿਆ, ਕਹਿਣ ਦਾ ਮਤਲਬ ਚੇਤਨ ਦੀ ਖੋਜ ਨਹੀਂ ਕੀਤੀ, ਤੂੰ ਜੜ 'ਚ ਹੀ ਫਸਿਆ ਰਿਹਾ, ਤੇ ਅੰਮ੍ਰਿਤ ਉਸੇ ਤਰ੍ਹਾਂ ਹੀ ਆ ਜਿਵੇਂ ਬਾਕੀ ਵਿਖਿਆ ਸਮਝਦੇ। ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜਾ ਆਤਮ ਗਿਆਨ ਹੁੰਦਾ ਨਾ, ਪੰਜ ਗਿਆਨ ਇੰਦਰੀਆਂ ਦੀ ਪਕੜ ਤੋਂ ਬਾਹਰ ਹੁੰਦਾ ਹੈ। ਇਹੀ ਇੱਕ ਵੱਡਾ ਪੜਾਅ ਤੈਅ ਕਰਨਾ ਹੁੰਦਾ ਅਧਿਆਤਮ ਮਾਰਗ ਦੇ ਵਿੱਚ। ਜਦੋਂ ਹਿਰਦੇ 'ਚ ਸਪਰਸ਼ ਹੋ ਜੇ ਆਤਮ ਦਰਸ਼ਨ ਦਾ, ਤਾਂ ਇਹ ਅਵਸਥਾ ਹਾਸਲ ਹੋ ਜਾਂਦੀ ਹੈ। ਦੂਜਾ ਇੱਕ ਸਵਾਲ ਕਿਸੇ ਸੱਜਣ ਨੇ ਕੀਤਾ, ਬੜੇ ਖੋਜੀ ਨੇ, ਉਹ ਕਾਫੀ ਦੇਰ ਦੇ ਗੁਰਬਾਣੀ ਦਾ ਅਧਿਐਨ ਕਰ ਰਹੇ ਨੇ। ਇੱਕ ਆਪਾਂ ਸਾਂਝ ਪਾਈ ਸੀ ਪਿੱਛੇ ਜਿਹੇ, ਪਿਛਲੀ ਵੀਡੀਓ 'ਚ ਪਾਈ ਸੀ, 2-3 ਵੀਡੀਓ ਤੋਂ ਪਹਿਲਾਂ ਮੇਰਾ ਖਿਆਲ ਆ, ਕਿ ਮਨੁੱਖਾ ਜੂਨੀ ਵਿੱਚ ਕਰਤਾ ਭਾਵ ਹੁੰਦਾ ਤੇ ਬਾਕੀ ਜੂਨੀਆਂ 'ਚ ਨਹੀਂ ਹੁੰਦਾ। ਇਹ ਗੱਲ ਠੀਕ ਆ। ਉਹ ਕਹਿੰਦੇ ਜੀ ਮੈਂ ਤਾਂ ਬਿਲਕੁਲ ਸਭ ਕੁਝ ਛੱਡ ਕੇ, ਕਰਤਾ ਭਾਵ ਮੇਰੇ 'ਚ ਤਾਂ ਹੈ ਨਹੀਂ, ਮੈਂ ਤਾਂ ਸਭ ਕੁਝ ਛੱਡਿਆ ਹੈ, ਮੈਂ ਤਾਂ ਸਾਰਾ ਕੁਝ ਪਰਮੇਸ਼ਰ ਤੇ ਛੱਡ ਦਿੱਤਾ। ਹੁਣ ਇੱਥੇ ਇਹ ਸਮਝਣਾ, ਜਦੋਂ ਅਸੀਂ ਇਹ ਕਹਿੰਦੇ ਮੈਂ ਪਾਣੀ 'ਚ ਆ ਗਿਆ, ਇਹ ਅੰਦਰੋਂ ਪੜਚੋਲ ਖੋਜ ਕਰਨੀ ਆ ਵੀ ਵਾਕਈ ਆ ਗਿਆ ਕਿ ਮੈਨੂੰ ਭੁਲੇਖਾ ਤਾਂ ਨਹੀਂ। ਇਹ ਕਈ ਵਾਰੀ ਅਸੀਂ ਇਸ ਚੀਜ਼ ਨੂੰ ਬੜਾ ਹਲਕਾ ਜਿਹਾ ਲੈ ਲੈਂਦੇ ਹਾਂ ਵੀ ਮੈਂ ਤਾਂ ਜੀ ਬਹੁਤ ਪਾਣੀ 'ਚ, ਮੈਂ ਕਦੇ ਕੁਛ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਇਮਾਨਦਾਰ ਹਾਂ। ਇਹ ਕਰਤਾ ਭਾਵ ਤੋਂ ਇਹ ਹੁੰਦਾ ਬਈ ਮੈਂ ਕੀ ਹਮੇਸ਼ਾ ਹੀ ਭਾਣਾ ਮੰਨਵਾਂ?
ਹਮੇਸ਼ਾ ਹੀ ਭਾਣੇ 'ਚ ਰਹਿਣਾ। ਜਦੋਂ ਅਸੀਂ ਆਪ ਦਾ ਬਾਕੀ ਸਾਰਾ ਕੰਮ ਪਲਾਨ ਦੇ ਨਾਲ ਕਰਦੇ ਹਾਂ, ਕਿੰਨੇ ਟਾਈਮ ਤੇ ਕਿੱਥੇ ਜਾਣਾ, ਉੱਠਣਾ ਬੈਠਣਾ, ਖਾਣਾ ਪੀਣਾ, ਉਹ ਤਾਂ ਛੱਡਦੇ ਨਹੀਂ ਹੈਗੇ। ਤੇ ਜਿਹੜੀ ਆਤਮਿਕ ਖੋਜ ਵਾਲੀ ਸਾਡੀ ਘਾਲਣਾ ਹੁੰਦੀ ਆ, ਉਹ ਅਸੀਂ ਪਰਮੇਸ਼ਰ ਤੇ ਰੱਖ ਕੇ ਤੇ ਆਪ ਉਦਮ ਕਰਨੋਂ ਹਟ ਜਾਂਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਉਦਮ ਕਰਿੰਦਿਆਂ ਜੀਓ। ਜੇ ਸਾਡੇ ਕੋਲ ਕਰਤਾ ਭਾਵ ਨਾ ਹੁੰਦਾ ਤਾਂ ਸਾਡਾ ਬਾਕੀ ਜੂਨੀਆਂ ਦੇ ਨਾਲੋਂ ਫਰਕ ਹੋਣਾ ਹੀ ਨਹੀਂ ਸੀ। ਅਸੀਂ ਕਦੇ ਭਾਣੇ 'ਚ ਹੁੰਦੇ ਹਾਂ, ਕਦੇ ਨਹੀਂ ਹੁੰਦੇ। ਸੋ ਇਸ ਕਰਕੇ ਇਸ ਚੀਜ਼ ਨੂੰ ਗਹਿਰਾਈ ਦੇ ਨਾਲ ਸਮਝਣਾ ਕਿ ਸਾਡਾ ਜਿਹੜਾ ਕਰਤਾ ਭਾਵ ਹੈ ਉਹ ਜਿਉਂ ਦੀ ਤਿਉਂ ਮੌਜੂਦ ਹੈ। ਜਦੋਂ ਕਰਤਾ ਤੋਂ ਅਕਰਤਾ ਹੋ ਗਏ ਨਾ ਤਾਂ ਬਹੁਤ ਵੱਡੀ ਪ੍ਰਾਪਤੀ ਹੋ ਜਾਂਦੀ ਹੁੰਦੀ ਆ। ਕਰਤਾ ਭਾਵ ਛੱਡਣਾ, ਭਾਣੇ ਦੇ ਵਿੱਚ ਆਉਣਾ ਹੀ ਹੁੰਦਾ। ਸੋ ਇਸ ਕਰਕੇ ਹੋਰ ਵੀ ਗਹਿਰਾਈ ਤੱਕ ਵਿਚਾਰ ਆਪਾਂ ਕਰ ਸਕਦੇ ਹਾਂ। ਇਹ ਮੂਲ ਰੂਪ ਦੇ ਵਿੱਚ ਤਾਂ ਗੁਰਬਾਣੀ ਹੋਵੇ, ਅਧਿਆਤਮ ਹੋਵੇ, ਨਿਜ ਭਗਤੀ ਸੀਲਵੰਤੀ ਨਾਰ, ਕਹਿਣ ਤੋਂ ਮਤਲਬ ਜਿਹੜੀ ਆਪਣੀ ਨਿੱਜ ਦੀ ਖੋਜ ਹੁੰਦੀ ਆ ਨਾ, ਇਹਦੇ ਸਹਾਰੇ ਹੀ ਸਾਨੂੰ ਪ੍ਰਾਪਤੀ ਹੋਣੀ ਆ। ਇਹ ਕਿਵੇਂ ਕਰਨੀ ਆ? ਇਹ ਕਰਨੀ ਆ ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਸੋ ਬੜੀ ਸੰਜੀਦਗੀ ਦੇ ਨਾਲ, ਸੰਵੇਦਨਸ਼ੀਲਤਾ ਦੇ ਨਾਲ, ਕਹਿਣ ਤੋਂ ਭਾਵ ਪੂਰੇ ਅੰਤਰ ਧਿਆਨ ਹੋ ਕੇ ਇਹ ਮੰਨਣਾ ਕਿ ਮੈਂ ਤੇ ਮੇਰਾ ਸਰੀਰ ਦੋ ਅਲੱਗ ਅਲੱਗ ਵਸਤੂਆਂ ਨੇ। ਇਹ ਇੱਕ ਮੇਰੀ ਆਤਮਾ ਮੈਂ, ਜਿਹੜੀ ਕਿ ਪਰਮੇਸ਼ਰ ਦਾ ਰੂਪ ਹੈ, ਹਿਰਦਾ ਚੇਤਨ। ਦੂਜਾ ਮਾਇਆ ਵਾਲਾ ਸਰੀਰ। ਜੇਕਰ ਤਾਂ ਜਿਉਂਦੇ ਜੀ, ਕਹਿਣ ਦਾ ਮਤਲਬ ਇਹ ਸਰੀਰ ਦੇ ਵਿੱਚ ਆਤਮਾ ਦੇ ਹੁੰਦੇ ਹੋਏ ਸੱਤ ਦੇ ਲੜ ਲੱਗ ਜੇ ਕੋਈ ਵੀ ਜਿਹੜਾ ਜਿਗਿਆਸੂ ਆ, ਕਹਿਣ ਦਾ ਮਤਲਬ ਸਮਰਪਣ ਕਰ ਦੇਵੇ ਆਪਦੀ ਮੱਤ, ਆਪਣੇ ਹਿਰਦੇ ਦੇ ਅਧੀਨ ਕਰ ਦੇਵੇ, ਉਹ ਸੱਤ ਦੇ ਲੜ ਲੱਗ ਗਿਆ। ਸਤਨਾਮ ਦੇ ਉਹਨੂੰ ਦਰਸ਼ਨ ਹੋ ਜਾਣਗੇ। ਆਤਮ ਦਰਸ਼ਨ ਸਤਨਾਮ ਦੇ ਦਰਸ਼ਨ ਹੀ ਨੇ। ਇੱਕ ਓਂਕਾਰ ਸਤਨਾਮ, ਸਾਰਾ ਕੁਛ ਇਹਦੇ ਵਿੱਚ ਹੀ ਹੈ। ਤੇ ਜੇਕਰ ਇਹਦੇ ਅਰਥ ਨਾ ਸਮਝੇ, ਫਿਰ ਸੰਸਾਰ ਛੱਡਣ ਵੇਲੇ ਇਹ ਸਰੀਰ ਨੂੰ ਲੋਕਾਂ ਨੇ ਚੱਕ ਕੇ ਮਗਰੋਂ ਤੁਹਾਡੇ ਪਿੱਛੇ ਮਗਰ ਕਹਿੰਦੇ ਜਾਣਗੇ ਰਾਮ ਨਾਮ ਸੱਤ ਹੈ, ਪਰ ਉਹ ਝੂਠ ਬੋਲਦੇ ਹੁੰਦੇ ਨੇ। ਕਿਉਂਕਿ ਉਹ ਦਿਲੋਂ ਨਹੀਂ ਕਹਿੰਦੇ ਹੁੰਦੇ ਰਾਮ ਨਾਮ ਸੱਤ ਹੈ, ਸਿਰਫ ਫਰਜ਼ ਜਿਹਾ ਨਿਭਾਉਂਦੇ ਹੁੰਦੇ ਨੇ ਵੀ ਹੁਣ ਆਇਆ ਕਹਿ ਲਓ। ਇਸ ਸੰਸਾਰ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ, ਬੜੇ ਕੱਚੇ ਨੇ। ਜਦੋਂ ਸੰਸਾਰ ਛੱਡਦਾ, ਜਿੰਨਾ ਮਰਜ਼ੀ ਤੁਹਾਡਾ ਪਿਆਰਾ ਨੇੜੇ ਦਾ, ਉਸ ਦੀ ਅੰਤਮ ਯਾਤਰਾ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਰਾਮ ਨਾਮ ਸੱਤ ਹੈ, ਤੇ ਨਾਲੇ ਘੜੀ ਦੇਖੀ ਜਾਣਗੇ, ਅੱਧਾ ਘੰਟਾ ਹੋਰ ਰਹਿ ਗਿਆ। ਠੀਕ ਹੈ ਨਹੀਂ? ਇਹ ਹੈ ਅਸਲੀਅਤ। ਸਾਡਾ ਜਿਹੜਾ ਇੱਕ ਦੂਜੇ ਨਾਲ ਸੰਸਾਰੀ ਰਿਸ਼ਤਾ,
ਇਹ ਸਿਰਫ ਉਪਯੋਗਤਾ ਦਾ ਰਿਸ਼ਤਾ ਹੁੰਦਾ। ਮੈਂ ਕਿਸੇ ਤੋਂ ਕੀ ਲੈਣਾ ਤੇ ਮੈਂ ਕਿਸੇ ਨੂੰ ਕੀ ਦੇਣਾ, ਇਹ ਦੇਣ ਲੈਣ ਦੇ ਰਿਸ਼ਤਿਆਂ ਵਿੱਚ ਅਸੀਂ ਇਹ ਜ਼ਿੰਦਗੀ ਲੰਘਾ ਲੈਂਦੇ ਹਾਂ ਤੇ ਜਦੋਂ ਸਾਡੇ ਕਰਮ ਇੰਦਰ ਆ ਸਰੀਰ ਉਸ ਅਵਸਥਾ 'ਚ ਆਉਂਦਾ ਹੈ ਕਿ ਇਹਦਾ ਕੋਈ ਉਪਯੋਗ ਨਹੀਂ ਰਹਿੰਦਾ ਦੂਜਿਆਂ ਵਾਸਤੇ, ਫਿਰ ਇਹਨੂੰ ਥੋੜੀ ਸੋਝੀ ਆਉਂਦੀ ਹੈ। ਇਸ ਕਰਕੇ ਧਿਆਨ ਰੱਖੋ ਕਿ ਉਸ ਸਮੇਂ ਨੂੰ ਯਾਦ ਕਰਕੇ ਜਾਂ ਤਾਂ ਆਤਮ ਦਰਸ਼ਨ ਕਰ ਲਓ ਜਿਉਂਦੇ ਜੀ ਜੇ ਮੁਕਤੀ ਲੈਣੀ ਆ, ਤੇ ਨਹੀਂ ਫਿਰ ਅੰਤਮ ਦਰਸ਼ਨ ਹੋਣਗੇ ਉਹ ਲੋਕ ਕਰਨਗੇ। ਸੋ ਚੇਤਨ ਦੇ ਨਾਲ ਸਾਂਝ ਪਾਉਣੀ ਆ ਜਾਂ ਚਿੰਤਾ ਨਾਲ। ਚਿੰਤਾ ਵਿੱਚ ਜਨਮ ਮਰਨ ਹੋਈ ਜਾਣਾ, ਚੇਤਨ ਤੁਹਾਨੂੰ ਇਸ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਕੱਢ ਦੂ ਜੇਕਰ ਆਤਮ ਦਰਸ਼ਨ ਕਰ ਲਏ। ਕਬੀਰ ਸਾਹਿਬ ਕਹਿੰਦੇ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਐਸੇ ਮਰਨੇ ਜੋ ਮਰੇ ਬੌਰ ਨਾ ਮਰਨਾ ਹੈ। ਉਹ ਭਾਈ ਆਪਣਾ ਸੀਮਿਤ ਸਮਾਂ ਜਿਹੜਾ ਸਾਨੂੰ ਮਿਲਿਆ, ਜਦੋਂ ਵੀ ਸੋਝੀ ਆਈ, ਕਿਸੇ ਨੂੰ ਪਹਿਲਾਂ ਆਈ ਕਿਸੇ ਨੂੰ ਪਿੱਛੋਂ ਆਈ, ਉਸੇ ਵੇਲੇ ਇਸ ਮਾਰਗ ਦੇ ਧਾਰਨੀ ਹੋ ਕੇ ਉਹ ਆਤਮ ਦਰਸ਼ਨ ਪ੍ਰਾਪਤ ਕਰਨ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਨਾ ਯਤਨਸ਼ੀਲ ਹੋਣਾ ਹੀ ਸਿਆਣਪ ਹੈ। ਸੋ ਆਪਾਂ ਇਸ ਮਾਰਗ ਦੇ ਵਿੱਚ ਕੁਛ ਨਾ ਕੁਛ ਆਪਣਾ ਯੋਗਦਾਨ ਜਿੰਨੀ ਕੁ ਸੋਝੀ ਆ ਪਾਉਂਦੇ ਰਹਾਂਗੇ, ਵਿਚਾਰ ਕਰਦੇ ਰਹਾਂਗੇ, ਮੂਲ ਰੂਪ ਦੇ ਵਿੱਚ ਪ੍ਰਾਪਤੀ ਹਰ ਇੱਕ ਨੂੰ ਆਪਣੀ ਅੰਤਰਾਤਮਾ ਦੇ ਨਾਲ ਜੁੜ ਕੇ ਅਖੰਡ ਅਰਥ ਬੋਧ ਸਮਝ ਕੇ ਆਤਮ ਦਰਸ਼ਨ ਦੇ ਰਾਹੀਂ ਹੀ ਹੋਣੀ ਆ। ਇਹ ਬਹੁਤ ਹੀ ਜ਼ਰੂਰੀ ਹੈ। ਗੁਰਬਾਣੀ ਦਾ, ਸਾਡੇ ਜੀਵਨ ਦਾ, ਅਧਿਆਤਮ ਦਾ ਇੱਕ ਹੀ ਮਨੋਰਥ ਆ ਕਿ ਸਾਨੂੰ ਆਪਣੇ ਆਪ ਦੀ ਸੋਝੀ ਆ ਜਾਵੇ। ਉਹ ਸੋਝੀ ਹੀ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਵਾਏਗੀ, ਹੋਰ ਕੋਈ ਰਸਤਾ ਨਹੀਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ